ਪਿਆਰੇ ਬੱਚਿਓ, ਅੱਜ ਆਪਾਂ ਸਿੱਖਣ ਪ੍ਰਨਾਵਾਂ ਆਧਾਰਿਤ ਅਭਿਆਸ ਪੁਸਤਕ ਜਮਾਤ ਤੀਸਰੀ ਦਾ ਪੰਜਾਬੀ ਵਿਸ਼ਾ ਕਰਾਂਗੇ। ਪੰਜਾਬੀ ਵਿਸ਼ੇ ਦੀ ਆਪਾਂ ਵਰਕਸ਼ੀਟ ਨੰਬਰ 1 ਜੋ ਕਿ ਤੁਹਾਡੇ ਅਧਿਆਏ 1 ਤੋਂ 6 ਤੱਕ ਵਿੱਚੋਂ ਲਈ ਗਈ ਹੈ, ਪੰਨਾ ਨੰਬਰ 1 ਅਤੇ 2 ਦੇ ਉੱਪਰ ਕਰਾਂਗੇ। ਸਾਰੇ ਬੱਚੇ ਆਪਣਾ ਪੰਨਾ ਨੰਬਰ 1 ਵਰਕਸ਼ੀਟ ਖੋਲ੍ਹ ਲੈਣਗੇ। ਇਹ ਬੇਟੇ ਤੁਹਾਡੀ ਪੰਜਾਬੀ ਦੀ ਪਹਿਲੀ ਵਰਕਸ਼ੀਟ ਹੈ। ਪਹਿਲੇ ਜਿਹੜਾ ਤੁਹਾਡਾ ਪ੍ਰਸ਼ਨ ਹੈ, ਸਾਡੇ ਦੇਸ਼ ਦਾ ਕੀ ਨਾਮ ਹੈ? ਤੇ ਆਪਣੀ ਪਹਿਲੀ ਕਵਿਤਾ ਦੇ ਵਿੱਚ ਹੀ ਆਇਆ ਸੀ। ਸਾਡੇ ਦੇਸ਼ ਦਾ ਨਾਮ ਕੀ ਹੈ? ਊੜੇ ਤੇ ਲਿਖਿਆ ਭਾਰਤ, ਐੜੇ ਤੇ ਲਿਖਿਆ ਪਾਕਿਸਤਾਨ, ਈੜੀ ਤੇ ਲਿਖਿਆ ਚੀਨ, ਸੱਸੇ ਤੇ ਲਿਖਿਆ ਪੰਜਾਬ। ਤਾਂ ਕੀ ਨਾਮ ਹੈ ਦੇਸ਼ ਦਾ? ਭਾਰਤ। ਤੇ ਆਪਾਂ ਊੜੇ ਦੇ ਉੱਪਰ ਸਹੀ ਦੀ ਨਿਸ਼ਾਨੀ ਇੱਥੇ ਲਗਾ ਦਾਂਗੇ। ਦੂਸਰਾ ਪ੍ਰਸ਼ਨ ਹੈ, ਮੇਰੇ ਦੇਸ਼ ਦੇ ਖੇਤ ਕਿਹੋ ਜਿਹੇ ਹਨ? ਤਾਂ ਆਇਆ ਸੀ ਨਾ ਹਰੇ ਭਰੇ ਨੇ ਖੇਤ, ਤਾਂ ਉਹਦੇ 'ਚ ਹਰੇ ਆਇਆ ਸੀ। ਆਪਾਂ ਇਹਦੇ 'ਚ ਦੇਖਦੇ ਹਾਂ ਉੱਤਰ ਕੀ ਲਿਖਿਆ। ਊੜੇ 'ਤੇ ਹੈ ਨੀਲੇ, ਐੜੇ 'ਤੇ ਹੈ ਪੀਲੇ, ਈੜੀ 'ਤੇ ਹੈ ਹਰੇ, ਸੱਸੇ 'ਤੇ ਹੈ ਲਾਲ। ਤਾਂ ਕਿਹਦੇ 'ਤੇ ਸਹੀ ਦੀ ਨਿਸ਼ਾਨੀ ਲਗਾਵਾਂਗੇ ਆਪਾਂ? ਹਰੇ, ਈੜੀ ਦੇ ਉੱਪਰ। ਤੀਸਰਾ ਪ੍ਰਸ਼ਨ ਹੈ, ਊਠਾਂ ਦੇ ਗਲਾਂ ਵਿੱਚ ਕੀ ਬੰਨਿਆ ਸੀ? ਤਾਂ ਊਠਾਂ ਦੇ ਗਲਾਂ ਵਿੱਚ ਕੀ ਬੰਨਿਆ ਹੋਇਆ ਸੀ? ਇਹ ਤੁਸੀਂ ਕਰੀਮੂ ਵਾਲੇ ਪਾਠ 'ਚ ਪੜ੍ਹਿਆ ਸੀ ਨਾ। ਊਠਾਂ ਦੇ ਗਲਾਂ 'ਚ ਕੀ ਬੰਨਿਆ ਸੀ? ਜਦੋਂ ਮੰਡੀਆਂ ਨੂੰ ਲੈ ਕੇ ਜਾ ਰਿਹਾ ਸੀ ਊਠਾਂ ਨੂੰ, ਟੱਲੀਆਂ ਬੰਨੀਆਂ ਹੋਈਆਂ ਸੀ। ਊੜੇ 'ਤੇ ਲਿਖਿਆ ਹੈ ਘੁੰਗਰੂ, ਘੁੰਗਰੂ ਤਾਂ ਨਹੀਂ ਸੀ ਬੰਨੇ। ਐੜੇ 'ਤੇ ਟੱਲੀਆਂ, ਟੱਲੀਆਂ ਬੰਨੀਆਂ ਸੀ। ਈੜੀ 'ਤੇ ਰੱਸੀਆਂ, ਸੱਸੇ 'ਤੇ ਗਾਨੀਆਂ। ਤਾਂ ਕੀ ਆਊਗਾ? ਟੱਲੀਆਂ। ਐੜੇ 'ਤੇ ਨਿਸ਼ਾਨੀ ਆਪਾਂ ਸਹੀ ਦੀ ਲਗਾ ਦਾਂਗੇ। ਚੌਥੇ ਪ੍ਰਸ਼ਨ 'ਚ ਕਹਿ ਰਿਹਾ ਹੈ, ਊਠਾਂ ਦੇ ਪਰਛਾਵੇਂ ਕਿਹੋ ਜਿਹੇ ਸਨ? ਤਾਂ ਕਿਹੋ ਜਿਹੇ ਸਨ ਊਠਾਂ ਦੇ ਪਰਛਾਵੇਂ? ਊਠ ਲੰਮੇ ਲੰਮੇ ਸੀ ਤੇ ਪਰਛਾਵੇਂ ਵੀ ਲੰਮੇ ਲੰਮੇ ਸੀ। ਊੜੇ 'ਤੇ ਹੈ ਛੋਟੇ ਛੋਟੇ, ਛੋਟੇ ਨਹੀਂ ਸੀ। ਐੜੇ 'ਤੇ ਹੈ ਫਿੱਕੇ ਫਿੱਕੇ, ਈੜੀ 'ਤੇ ਹੈ ਗੂੜੇ ਗੂੜੇ, ਸੱਸੇ 'ਤੇ ਹੈ ਲੰਮੇ ਲੰਮੇ। ਤਾਂ ਉੱਤਰ ਕੀ ਆਊਗਾ? ਸੱਸਾ। ਸੱਸੇ 'ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਪੰਜਵਾਂ ਪ੍ਰਸ਼ਨ ਹੈ, ਤੋਤਾ ਅਤੇ ਕਬੂਤਰ ਕਿਵੇਂ ਰਹਿੰਦੇ ਸਨ? ਤੋਤਾ ਅਤੇ ਕਬੂਤਰ ਦੋਸਤੀ 'ਚ ਆਇਆ ਸੀ ਨਾ ਤੁਹਾਡੀ। ਕਿਵੇਂ ਰਹਿੰਦੇ ਸੀ ਉਹ ਦੋਨੋਂ? ਇਕੱਠੇ ਰਹਿੰਦੇ ਸੀ। ਊੜੇ 'ਤੇ ਲਿਖਿਆ ਇਕੱਠੇ, ਐੜੇ 'ਤੇ ਲਿਖਿਆ ਅਲੱਗ ਅਲੱਗ, ਈੜੀ 'ਤੇ ਲਿਖਿਆ ਦੂਰ ਦੂਰ, ਸੱਸੇ 'ਤੇ ਲਿਖਿਆ ਨਾਲ ਨਾਲ। ਤਾਂ ਕੀ ਆਊਗਾ ਉੱਤਰ ਇਹਦਾ? ਇਕੱਠੇ। ਊੜੇ 'ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾਵਾਂਗੇ। ਛੇਵਾਂ ਪ੍ਰਸ਼ਨ ਹੈ, ਪਾਠ ਵਿੱਚ ਕਿੰਨੀਆਂ ਤਸਵੀਰਾਂ ਹਨ? ਹੁਣ ਦੋਸਤੀ ਦੇ ਪਾਠ ਦੇ ਵਿੱਚ ਦੇਖਿਆ ਸੀ ਨਾ ਤੁਸੀਂ ਤਸਵੀਰਾਂ। ਪਹਿਲੇ ਪੰਨੇ ਦੇ ਉੱਪਰ ਕਿਹਦੀ ਤਸਵੀਰ ਸੀਗੀ? ਤੋਤੇ ਅਤੇ ਕਬੂਤਰ ਦੀ। ਦੂਜੇ ਪੇਜ ਦੇ ਉੱਪਰ ਕੀ ਬਣਿਆ ਹੋਇਆ ਸੀ? ਬਿੱਲੀ। ਤਾਂ ਤਸਵੀਰਾਂ ਕਿੰਨੀਆਂ ਹੋਈਆਂ? 2। ਆਪਾਂ 2 ਦੇ ਉੱਪਰ ਸਹੀ ਦੀ ਨਿਸ਼ਾਨੀ ਲਗਾਉਣੀ ਹੈ। ਆਓ ਦੇਖੋ, ਆਪਾਂ ਦੇਖਦੇ ਹਾਂ ਕਿੰਨੇ ਉੱਤਰ ਦੇ ਵਿੱਚ ਕੀ ਲਿਖਿਆ। ਊੜੇ 'ਤੇ ਲਿਖਿਆ 1, ਐੜੇ 'ਤੇ ਲਿਖਿਆ 6, ਈੜੀ 'ਤੇ ਲਿਖਿਆ 2, ਸੱਸੇ 'ਤੇ ਲਿਖਿਆ 8। ਤਾਂ ਆਪਾਂ 2 ਦੇ ਉੱਤੇ ਸਹੀ ਦੀ ਨਿਸ਼ਾਨੀ ਲਗਾ ਦਾਂਗੇ। 7ਵਾਂ ਪ੍ਰਸ਼ਨ ਹੈ, ਕਿਹੜਾ ਵਾਕ ਠੀਕ ਹੈ? ਊੜੇ 'ਤੇ ਦੇਖੋ, ਚੰਗੇ ਬੱਚੇ ਸਾਰਾ ਦਿਨ ਖੇਡਦੇ ਰਹਿੰਦੇ ਹਨ। ਚੰਗੇ ਬੱਚੇ ਹੁੰਦੇ ਹੈ? ਨਹੀਂ, ਇਹ ਤਾਂ ਨਹੀਂ ਹੋ ਸਕਦਾ ਨਾ, ਗਲਤ ਹੈ ਨਾ ਇਹ। ਅੱਗੇ ਪੜ੍ਹਦੇ ਹਾਂ। ਐੜੇ 'ਤੇ ਚੰਗੇ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ। ਇਹ ਠੀਕ ਹੈ, ਰੋਜ਼ਾਨਾ ਸਕੂਲ ਜਾਂਦੇ ਹੈ। ਈੜੀ 'ਤੇ ਲਿਖਿਆ ਚੰਗੇ ਬੱਚੇ ਸਕੂਲ ਦਾ ਕੰਮ ਨਹੀਂ ਕਰਦੇ। ਇਹ ਵੀ ਗਲਤ ਹੈ, ਚੰਗੇ ਬੱਚੇ ਤਾਂ ਕੰਮ ਕਰਦੇ ਹੈ। ਸੱਸੇ 'ਤੇ ਲਿਖਿਆ ਚੰਗੇ ਬੱਚੇ ਵੱਡਿਆਂ ਦਾ ਕਹਿਣਾ ਨਹੀਂ ਮੰਨਦੇ। ਇਹ ਵੀ ਗਲਤ ਹੈ, ਕਹਿਣਾ ਮੰਨਦੇ ਹੈ। ਐੜੇ 'ਤੇ ਸਹੀ ਦੀ ਨਿਸ਼ਾਨੀ ਆਊਗੀ। 8ਵਾਂ ਪ੍ਰਸ਼ਨ ਹੈ, ਸਾਨੂੰ ਸਕੂਲ ਤੋਂ ਛੁੱਟੀ ਲੈਣੀ ਚਾਹੀਦੀ ਹੈ। ਕਦੋਂ ਲੈਣੀ ਚਾਹੀਦੀ ਹੈ? ਊੜੇ 'ਤੇ ਹੈ ਖੇਡਣ ਲਈ। ਖੇਡਣ ਲਈ ਛੁੱਟੀ ਕੋਈ ਲੈਂਦਾ? ਨਹੀਂ ਨਾ। ਐੜੇ 'ਤੇ ਰੋਜ਼ਾਨਾ, ਰੋਜ਼ਾਨਾ ਵੀ ਨਹੀਂ ਲੈਣੀ ਚਾਹੀਦੀ। ਈੜੀ 'ਤੇ ਬਿਮਾਰ ਹੋਣ ਸਮੇਂ, ਬਿਮਾਰ ਹੋਣ ਸਮੇਂ ਛੁੱਟੀ ਲੈਣੀ ਚਾਹੀਦੀ ਹੈ। ਸੱਸੇ 'ਤੇ ਕਦੇ ਕਦੇ, ਕਦੇ ਕਦੇ ਵੀ ਕਿਉਂ ਲੈਣੀ ਹੈ? ਜੇ ਬਿਮਾਰ ਹੁੰਦੇ ਹੋ ਤਾਂ ਫਿਰ ਛੁੱਟੀ ਲਓ ਬੱਚੋ। ਈੜੀ 'ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾਵਾਂਗੇ। 9ਵਾਂ ਪ੍ਰਸ਼ਨ ਹੈ, ਯਤਨ ਸ਼ਬਦ ਦਾ
ਅਰਥ ਹੈ। ਹੁਣ ਯਤਨ ਦਾ ਕੀ ਮਤਲਬ ਹੁੰਦਾ ਹੈ? ਯਤਨ ਦਾ ਮਤਲਬ ਹੁੰਦਾ ਹੈ, ਊੜੇ ਤੇ ਲਿਖਿਆ ਕੰਮ, ਕੰਮ ਨਹੀਂ ਹੁੰਦਾ। ਐੜੇ ਤੇ ਬੁਰਾਈ, ਈੜੀ ਤੇ ਕੋਸ਼ਿਸ਼, ਕੋਸ਼ਿਸ਼ ਹੁੰਦਾ ਹੈ। ਸੱਸੇ ਤੇ ਪਿਆ ਮਿਲ ਕੇ, ਮਿਲ ਕੇ ਨਹੀਂ ਆਣਾ, ਕੋਸ਼ਿਸ਼ ਆਊਗੀ, ਇਹਨੂੰ ਸਹੀ ਲਗਾਵਾਂਗੇ। 10ਵਾਂ ਪ੍ਰਸ਼ਨ ਹੈ ਤੁਹਾਡਾ, ਏਕਤਾ ਵਿੱਚ ਹੀ ਡੈਸ਼ ਹੈ। ਤਾਂ ਏਕਤਾ ਵਿੱਚ ਹੀ ਕੀ ਹੁੰਦਾ ਹੈ? ਊੜੇ ਤੇ ਲਿਖਿਆ ਕੰਮ, ਐੜੇ ਤੇ ਲਿਖਿਆ ਸ਼ਕਤੀ, ਈੜੀ ਤੇ ਲਿਖਿਆ ਸੁਸਤੀ, ਸੱਸੇ ਤੇ ਲਿਖਿਆ ਲੱਕੜ। ਤਾਂ ਕੀ ਹੁੰਦੀ ਹੈ? ਏਕਤਾ ਵਿੱਚ ਹੀ ਸ਼ਕਤੀ ਹੈ। ਐੜੇ ਤੇ ਸਹੀ ਦੀ ਨਿਸ਼ਾਨੀ ਆਊਗੀ। ਅੱਗੇ ਲਿਖਿਆ ਰੇਸ਼ਮਾ ਨੇ ਕੀ ਹਿਲਾਈ। ਇਹ ਆਇਆ ਸੀ ਨਾ ਰੇਲ ਗੱਡੀ ਵਾਲੇ ਪਾਠ 'ਚ। ਰੇਸ਼ਮਾ ਨੇ ਕੀ ਹਿਲਾਈ ਸੀ? ਜੋ ਸਾਰੇ ਖੜੇ ਹੋ ਗਏ ਸੀਗੇ ਰੇਲ ਗੱਡੀ ਬਣਾ ਕੇ, ਝੰਡੀ ਹਿਲਾਈ ਸੀ ਨਾ। ਊੜੇ ਤੇ ਉਹ ਕਹਿੰਦਾ ਬਾਂਹ, ਬਾਂਹ ਨਹੀਂ ਸੀ ਹਿਲਾਈ ਉਹਨੇ। ਐੜੇ ਤੇ ਸੋਟੀ, ਸੋਟੀ ਵੀ ਨਹੀਂ ਸੀ ਹਿਲਾਈ। ਈੜੀ ਤੇ ਰੱਸੀ, ਸੱਸੇ ਤੇ ਹੈ ਝੰਡੀ, ਝੰਡੀ ਹਿਲਾਈ ਸੀ ਉਹਨੇ। 12ਵਾਂ ਪ੍ਰਸ਼ਨ ਹੈ, ਦੇਵਕੀ ਦੇ ਪਿੱਛੇ ਕੌਣ ਖੜੀ ਜਾਂ ਖੜਾ ਸੀ। ਇਹਦਾ ਬੇਟੇ ਮਤਲਬ ਹੁੰਦਾ ਹੈ ਓਬਲੀਕ, ਮਤਲਬ ਇਹ ਜਾਂ ਇਹ ਦੋਨਾਂ 'ਚੋਂ ਕੌਣ ਖੜੀ ਸੀ ਜਾਂ ਖੜਾ ਸੀ। ਊੜੇ ਤੇ ਕਹਿੰਦਾ ਰੌਣਕੀ, ਐੜੇ ਤੇ ਮਹਿੰਦਰੋ, ਈੜੀ ਤੇ ਵਿੱਕੀ, ਸੱਸੇ ਤੇ ਅਵਤਾਰ। ਕੌਣ ਖੜਾ ਸੀ? ਮਹਿੰਦਰੋ ਖੜੀ ਸੀ। ਇਹਦੇ ਤੇ ਸਹੀ ਦੀ ਨਿਸ਼ਾਨੀ ਪਾ ਦਾਂਗੇ। ਰੇਲ ਗੱਡੀ ਵਾਲੀ ਜਿਹੜੀ ਕਵਿਤਾ ਤੁਸੀਂ ਯਾਦ ਕਰਨੀ ਹੈ, ਜੇ ਉਹ ਯਾਦ ਹੋਊਗੀ ਇਹ ਉੱਤਰ ਤਾਂ ਦੇ ਸਕਦੇ ਹੋ, ਤੁਸੀਂ ਇਹ ਯਾਦ ਰੱਖਣਾ। 13ਵਾਂ ਪ੍ਰਸ਼ਨ ਹੈ, ਕਰੀਮੂ ਊਠਾਂ ਨੂੰ ਕਿੱਥੇ ਲੈ ਕੇ ਜਾ ਰਿਹਾ ਸੀ। ਇਹ ਤਾਂ ਸਾਰਿਆਂ ਨੂੰ ਪਤਾ ਹੈ ਨਾ, ਪਾਠ ਦੇ ਵਿੱਚ ਆਇਆ ਸੀ ਨਾ, ਸ਼ੁਰੂ ਦੇ ਵਿੱਚ ਹੀ ਲਾਈਨਾਂ ਲਿਖੀਆਂ ਹੋਈਆਂ। ਕਰੀਮੂ ਕਿੱਥੇ ਲੈ ਕੇ ਜਾ ਰਿਹਾ ਸੀ? ਦੱਸੋ। ਆ ਲਿਖਿਆ ਹੋਇਆ ਹੈ, ਦੇਖੋ ਧਿਆਨ ਨਾਲ। ਕਰੀਮੂ ਊਠਾਂ ਨੂੰ ਮੰਡੀ ਵਿੱਚ ਲੈ ਕੇ ਜਾ ਰਿਹਾ ਸੀ। ਪਿੱਛੇ ਡੰਡੀ ਜ਼ਰੂਰ ਲਗਾਉਣੀ ਹੈ ਬੇਟੇ। ਪ੍ਰਸ਼ਨ ਦੇ ਉੱਤਰ ਦੇ ਐਂਡ ਦੇ ਵਿੱਚ ਆਪਾਂ ਡੰਡੀ ਲਗਾਉਂਦੇ ਹਾਂ। ਜਿਹੜਾ ਉੱਤਰ 'ਚ ਪ੍ਰਸ਼ਨ ਦੇ ਵਿੱਚ ਆਹ ਜਿਹੜਾ ਪਿੱਛੇ ਆਉਂਦਾ ਇਹਨੂੰ ਆਪਾਂ ਬੋਲਦੇ ਹਾਂ ਕੜਛੀ ਜਾਂ ਕੁਐਸਚਨ ਮਾਰਕ ਕਹਿੰਦੇ ਹਾਂ। ਔਰ ਇਹਦੇ 'ਚ ਅਖੀਰ ਦੇ ਵਿੱਚ ਆਪਾਂ ਡੰਡੀ ਲਗਾਉਂਦੇ ਹਾਂ। ਜਿਵੇਂ ਆਹ ਡੰਡੀ ਲਗਾਈ ਹੋਈ ਹੈ ਨਾ ਅਖੀਰ ਦੇ ਵਿੱਚ, ਦੇਖੋ ਸੀ ਦੇ ਪਿੱਛੋਂ ਡੰਡੀ ਲਗਾਈ ਹੈ। ਨੈਕਸਟ ਪੇਜ 'ਤੇ ਚੱਲਦੇ ਹਾਂ ਆਪਾਂ ਦੂਸਰੇ ਪ੍ਰਸ਼ਨ 'ਤੇ। ਦੂਜੇ ਪੇਜ 'ਤੇ ਬੇਟੇ 2 ਨੰਬਰ ਪੇਜ ਖੋਲ੍ਹ ਲਓ ਸਾਰੇ। 2 ਨੰਬਰ ਪੇਜ 'ਤੇ ਸਾਰਿਆਂ ਦੇ ਪ੍ਰਸ਼ਨਾਂ ਦੇ ਉੱਤਰ ਹੈ। ਤੁਸੀਂ ਇਹ ਕਿਤਾਬਾਂ ਦੇ ਵਿੱਚ ਆਪਣੇ ਪਾਠਾਂ 'ਚੋਂ ਦੇਖਣੇ ਹੈ। ਆਪਾਂ ਹੁਣ ਕਰਾਂਗੇ ਇੱਥੇ 14ਵਾਂ ਪ੍ਰਸ਼ਨ, ਬਿੱਲੀ ਨੇ ਕਿਸ ਨੂੰ ਖਾ ਲਿਆ। ਤਾਂ ਦੋਸਤੀ ਕਵਿਤਾ ਦੇ ਵਿੱਚ ਆਇਆ ਸੀ ਨਾ, ਬਿੱਲੀ ਨੇ ਤੋਤਾ ਤੇ ਕਬੂਤਰ ਆਪਸ 'ਚ ਕੀ ਸਲਾਹ ਕਰ ਰਹੇ ਸੀ। ਤੋਤਾ ਕਹਿ ਰਿਹਾ ਸੀ ਕਬੂਤਰ ਨੂੰ ਵੀ ਹੁਣ ਤੂੰ ਅੱਖਾਂ ਮੀਚ ਕੇ ਨਾ ਬੈਠ ਜੀ, ਨਹੀਂ ਤਾਂ ਬਿੱਲੀ ਖਾ ਜੂਗੀ। ਤਾਂ ਜਦੋਂ ਬਿੱਲੀ ਆਈ ਦੋਨੋਂ ਉੱਡ ਗਏ। ਤਾਂ ਬਿੱਲੀ ਨੇ ਤਾਂ ਕਿਸੇ ਨੂੰ ਨਹੀਂ ਸਿਖਾਇਆ। ਤਾਂ ਆਪਾਂ ਕੀ ਲਿਖਣਾ ਹੈ? ਬਿੱਲੀ ਨੇ ਕਿਸੇ ਨੂੰ ਨਹੀਂ ਖਾਇਆ। 15ਵਾਂ ਕੁਐਸਚਨ ਹੈ। 15ਵੇਂ ਕੁਐਸਚਨ 'ਚ ਬੱਚੋ ਦੇਖੋ ਤੁਸੀਂ, ਅਖੀਰ ਵਿੱਚ ਦੀਪੂ ਨੇ ਕਿਹੜੀ ਗੱਲ ਕਹੀ। ਤਾਂ ਦੀਪੂ ਨੇ ਕੀ ਕਿਹਾ ਸੀ ਅਖੀਰ ਵਿੱਚ? ਸਾਰਾ ਦਿਨ ਉਹ ਘੁੰਮਦਾ ਰਿਹਾ, ਸਾਰਿਆਂ ਕੋਲੇ ਗਿਆ ਸੀ ਨਾ ਉਹ। ਪਹਿਲਾਂ ਮਧੂਮੱਖੀਆਂ ਕੋਲ ਗਿਆ, ਫਿਰ ਕੁੱਤੇ ਕੋਲ ਗਿਆ, ਫਿਰ ਚਿੜੀ ਕੋਲ ਗਿਆ, ਫਿਰ ਕੀੜੀਆਂ ਕੋਲ ਗਿਆ। ਸਾਰੇ ਆਪਣੇ ਕੰਮ ਲੱਗੇ ਹੋਏ ਸੀ। ਫਿਰ ਉਹਨੂੰ ਸਮਝ ਆਇਆ ਸੀ। ਤਾਂ ਇਹਦੇ 'ਚ ਕੀ ਲਿਖਿਆ ਹੈ? ਅਖੀਰ ਵਿੱਚ ਦੀਪੂ ਨੇ ਕਿਹਾ, ਮੰਮੀ ਮੈਂ ਹੁਣ ਕਦੇ ਛੁੱਟੀ ਨਹੀਂ ਲਵਾਂਗਾ, ਰੋਜ਼ ਸਕੂਲ ਜਾਵਾਂਗਾ ਅਤੇ ਮਨ ਲਾ ਕੇ ਪੜ੍ਹਾਂਗਾ। ਇੱਥੇ ਡੰਡੀ ਲਗਾਉਣੀ ਹੈ। ਔਰ ਬੱਚੋ ਇਹਦੇ 'ਚ ਧਿਆਨ ਰੱਖਣਾ ਹੈ, ਕਿਹਾ ਤੇ ਆਹ ਜਗ੍ਹਾ 'ਤੇ ਦੇਖੋ ਕੌਮਾ ਲਗਾਇਆ ਹੋਇਆ ਹੈ। ਇਹ ਜਿਹੜੇ ਹੈਗੇ ਇਨਵਰਟਿਡ ਕੌਮਾ ਸਟਾਰਟ ਹੈ, ਮਤਲਬ ਵੀ ਮੰਮੀ ਨੂੰ ਵੀ ਇਹ ਗੱਲਾਂ ਉਹਨੇ ਕਹੀਆਂ। ਮੰਮੀ ਜਦੋਂ ਆਪਾਂ ਕਹਿੰਦੇ ਨਾ ਮੰਮੀ ਰੁਕ ਜਾਂਦੇ ਹਾਂ, ਤਾਂ ਉਹਦੇ 'ਤੇ ਆਹ ਵਾਲਾ ਸਾਈਨ ਵੀ ਲਗਾਇਆ ਹੋਇਆ ਹੈ। ਮੰਮੀ ਤੋਂ ਬਾਅਦ ਆਪਾਂ ਆਹ ਸਾਈਨ ਲਗਾਇਆ ਹੋਇਆ। ਇਹ ਧਿਆਨ ਨਾਲ ਦੇਖਣਾ ਤੁਸੀਂ, ਠੀਕ ਹੈ ਬੱਚੋ। ਆਹ ਦੇਖੋ, ਤਾਂ ਇਹਦੇ 'ਚ ਆ ਇੱਥੇ ਲਗਾਇਆ ਹੋਇਆ ਪਾਠ ਦੇ ਵਿੱਚ ਦੇਖਿਓ ਤੁਸੀਂ, ਠੀਕ ਹੈ। ਇੱਥੇ ਵੀ ਲਗਾਇਆ ਹੋਇਆ। 16ਵਾਂ ਪ੍ਰਸ਼ਨ ਕਰਦੇ ਹਾਂ ਆਪਾਂ ਹੁਣ। 16ਵਾਂ, ਚੌਥੀ ਉਂਗਲ ਨੇ ਕੀ ਕਿਹਾ। ਚੌਥੀ ਉਂਗਲ ਨੇ ਕੀ ਕਿਹਾ ਸੀ? ਲੱਡੂ ਵਾਲਾ ਪਾਠ ਪੜ੍ਹਿਆ ਸੀ ਨਾ ਆਪਾਂ, ਉਹਦੇ 'ਚ ਚੌਥੀ ਉਂਗਲ ਨੇ ਕਿਹਾ ਸੀ, ਚੌਥੀ ਉਂਗਲ ਨੇ ਕਿਹਾ ਮੈਂ ਇਸ ਲਈ ਵੱਡੀ ਹਾਂ ਕਿ
ਮੇਰੇ ਵਿੱਚ ਲੋਕ ਸੋਨੇ, ਚਾਂਦੀ, ਹੀਰੇ ਆਦਿ ਦੀਆਂ ਅੰਗੂਠੀਆਂ ਪਾਉਂਦੇ ਹਨ। ਕੀ ਪਾਉਂਦੇ ਹੈ? ਉਹ ਕਹਿੰਦੇ ਮੈਂ ਇਸ ਕਰਕੇ ਵੱਡੀ ਹਾਂ। ਤਾਂ ਇਹ ਵੀ ਇਨਵਰਟਡ ਕੌਮਾ 'ਚ ਲਿਖਣਾ ਹੈ। ਅਖੀਰ 'ਚ ਡੰਡੀ ਲਗਾ ਕੇ ਕੌਮਾ ਕਲੋਜ਼ ਕਰ ਦੇਣੇ। 17ਵਾਂ ਪ੍ਰਸ਼ਨ ਹੈ, ਸਾਰਿਆਂ ਨੇ ਕਤਾਰ ਕਿਵੇਂ ਬਣਾਈ? ਇਹ ਰੇਲ ਗੱਡੀ ਵਾਲੀ ਪੋਇਮ 'ਚ ਆਇਆ ਸੀ ਨਾ ਤੁਹਾਡੀ। ਸਾਰਿਆਂ ਨੇ ਕਿਵੇਂ ਕਤਾਰ ਬਣਾਈ ਸੀ? ਸਾਰਿਆਂ ਨੇ ਇੱਕ ਦੂਸਰੇ ਦੇ ਝੱਗੇ ਫੜ ਕੇ ਕਤਾਰ ਬਣਾਈ। ਠੀਕ ਹੈ ਬੱਚੋ, ਸਾਰਿਆਂ ਨੇ ਇੱਕ ਦੂਜੇ ਦਾ ਝੱਗਾ ਫੜ ਲਿਆ ਸੀ, ਫਿਰ ਕਤਾਰ ਬਣਾਈ ਸੀ। 16ਵਾਂ ਪ੍ਰਸ਼ਨ ਹੈ, 16ਵਾਂ ਨਹੀਂ ਬੱਚੋ, 17ਵਾਂ ਵੀ ਹੋ ਗਿਆ ਆਪਣਾ। 18ਵਾਂ ਪ੍ਰਸ਼ਨ ਹੈ, ਦੀਪੂ ਛੁੱਟੀ ਲੈ ਕੇ ਕਿਸ ਕਿਸ ਨੂੰ ਮਿਲਿਆ? ਤਰਤੀਬਵਾਰ ਦੱਸੋ। ਤਾਂ ਇਹ ਤੁਸੀਂ ਕਹਾਣੀ ਪੜ੍ਹੀ ਹੈ ਨਾ, ਸਭ ਤੋਂ ਪਹਿਲਾਂ ਕਿਹਨੂੰ ਮਿਲਿਆ ਸੀ, ਫਿਰ ਉਸ ਤੋਂ ਬਾਅਦ ਕਿਹਨੂੰ ਤਰਤੀਬ ਦੇ ਵਿੱਚ ਦੱਸਣਾ। ਤਾਂ ਦੀਪੂ ਛੁੱਟੀ ਲੈ ਕੇ ਪਹਿਲਾਂ ਕਿਹਨੂੰ ਮਿਲਿਆ? ਮਧੂਮੱਖੀਆਂ ਨੂੰ। ਠੀਕ ਹੈ, ਮਧੂਮੱਖੀਆਂ ਨੂੰ। ਫਿਰ ਕੁੱਤੇ ਮੋਤੀ ਨੂੰ। ਕੌਮਾ ਪਾਣਾ ਹੈ। ਆ ਕੌਮਾ ਜ਼ਰੂਰ ਲਗਾਉਣੇ ਹੈ ਬੱਚੋ। ਕੌਮਾ ਮਤਲਬ ਹੁੰਦਾ ਅਸੀਂ ਰੁਕ ਕੇ ਗੱਲ ਕਰ ਰਹੇ ਹਾਂ ਵੀ ਮਧੂਮੱਖੀਆਂ ਨੂੰ, ਕੁੱਤੇ ਮੋਤੀ ਨੂੰ, ਇੱਕ ਚਿੜੀ ਨੂੰ। ਉਸ ਤੋਂ ਬਾਅਦ ਜਦੋਂ ਇੱਕੋ ਹੀ ਚੀਜ਼ ਐਂਡ 'ਚ ਰਹਿ ਜਾਂਦੀ ਫਿਰ ਆਪਾਂ ਅਤੇ ਪਾਉਣਾ, ਅਤੇ ਕੀੜੀਆਂ ਨੂੰ ਮਿਲਿਆ। ਇਹ ਵਾਕ ਜਦੋਂ ਆਪਾਂ ਉੱਤਰ ਲਿਖਦੇ ਹਾਂ ਬੱਚੋ, ਇਹ ਚੀਜ਼ਾਂ ਧਿਆਨ ਨਾਲ ਲਿਖਣੀ ਹੈ। ਜਦੋਂ ਆਪਾਂ ਜਦੋਂ 3-4 ਜਾਣਿਆਂ ਦੀ ਗੱਲ ਕਰ ਰਹੇ ਹਾਂ, ਜਿਹੜਾ ਅਖੀਰ ਵਾਲਾ ਹੁੰਦਾ ਉਹਦੇ ਵਿੱਚ ਆਪਾਂ ਅਤੇ ਪਾਉਂਦੇ ਹਾਂ, ਬਾਕੀਆਂ 'ਚ ਕੌਮਾ ਪਾ ਕੇ ਗੱਲ ਕਰਦੇ ਹਾਂ। ਅੱਗਿਓਂ ਤੁਹਾਡਾ ਪ੍ਰਸ਼ਨ ਬੇਟੇ 19ਵਾਂ ਪ੍ਰਸ਼ਨ ਹੈ, ਅੰਗੂਠੇ ਦੇ ਨਾਲ ਵਾਲੀ ਉਂਗਲ ਅਤੇ ਚੀਚੀ ਉਂਗਲ ਨੇ ਕੀ ਕਿਹਾ? ਇਹ ਹੁਣ ਪਾਠ ਪੜ੍ਹਿਆ ਸੀ ਨਾ, ਉਹਨਾਂ ਨੇ ਕਾਫੀ ਕਿਹਾ ਸੀਗਾ ਵੀ ਅੰਗੂਠੇ ਦੇ ਜਿਹੜੀ ਨਾਲ ਵਾਲੀ ਉਂਗਲ ਹੈ ਉਹਨੇ ਆਪਣੇ ਬਾਰੇ ਦੱਸਿਆ, ਚੀਚੀ ਨੇ ਆਪਦੇ ਬਾਰੇ ਦੱਸਿਆ। ਆਪਾਂ ਦੇਖਦੇ ਹਾਂ। ਦੇਖੋ ਹੁਣ ਅੰਗੂਠੇ ਦੇ ਨਾਲ ਵਾਲੀ ਉਂਗਲ, ਇੱਕ ਬੱਚੋ ਇਹ ਧਿਆਨ ਰੱਖਣਾ ਹੈ, ਲੱਲੇ ਦੇ ਪੈਰ 'ਚ ਬਿੰਦੀ ਪਾਈ ਹੋਈ ਹੈ। ਨਾਲ ਨਹੀਂ ਬੋਲਣਾ ਇਹਨੂੰ, ਨਾਲ ਜੀਭ ਘੁਮਾ ਕੇ ਬੋਲਣੀ ਹੈ ਕਿਉਂਕਿ ਲੱਲੇ ਦੇ ਪੈਰ 'ਚ ਆਪਣੇ ਇੱਧਰ ਬਿੰਦੀ ਲੱਗੀ ਹੋਈ ਹੈ। ਨਾਲ ਵਾਲੀ, ਅੰਗੂਠੇ ਦੇ ਨਾਲ ਵਾਲੀ ਉਂਗਲ ਨੇ ਕਿਹਾ, ਕੌਮਾ ਹੈ, ਫਿਰ ਇਨਵਰਟਡ ਕੌਮਾ ਸਟਾਰਟ ਹੈ, ਮੈਂ ਵੱਡੀ ਹਾਂ, ਮੈਂ ਦੱਸਦੀ ਹਾਂ ਕਿ ਪਰਮਾਤਮਾ ਇੱਕ ਹੈ। ਕਿਸੇ ਵੱਲ ਇਸ਼ਾਰਾ ਕਰਨ ਲਈ ਵੀ ਮੇਰੀ ਹੀ ਵਰਤੋਂ ਕੀਤੀ ਜਾਂਦੀ ਹੈ। ਇਨਵਰਟਡ ਕੌਮਾ ਕਲੋਜ਼ ਕਰਤੇ ਹੈ ਇੱਥੇ। ਠੀਕ ਹੈ, ਤਾਂ ਇਹ ਕਿਹਨੇ ਕਿਹਾ? ਅੰਗੂਠੇ ਦੇ ਨਾਲ ਵਾਲੀ ਉਂਗਲ ਨੇ। ਹੁਣ ਉੱਪਰ ਉਹਨਾਂ ਨੇ ਪ੍ਰਸ਼ਨ ਦੇ ਵਿੱਚ ਬੱਚੋ ਤੁਹਾਨੂੰ ਚੀਚੀ ਉਂਗਲ ਬਾਰੇ ਵੀ ਪੁੱਛਿਆ, ਇੱਕ ਨਾਲ ਵਾਲੀ ਬਾਤ ਪੁੱਛਿਆ, ਤਾਂ ਚੀਚੀ ਬਾਰੇ ਆਪਾਂ ਇੱਥੇ ਦੱਸ ਰਹੇ ਹਾਂ। ਚੀਚੀ ਉਂਗਲ ਨੇ ਕਿਹਾ, ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੈਂ ਸਭ ਨਾਲ ਮਿਲ ਕੇ ਚੱਲਦੀ ਹਾਂ। ਮੁੱਠੀ ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ? ਉਹਨੇ ਕਿਹਾ ਮੈਂ ਥੋੜ੍ਹੀ ਪਿੱਛੇ ਰਹਿੰਦੀ ਹਾਂ। ਠੀਕ ਹੈ, ਤਾਂ ਇਹ ਵੀ ਧਿਆਨ ਨਾਲ ਜਿਹੜਾ ਹੈਗਾ ਤੁਸੀਂ ਲਿਖਣਾ ਹੈ। ਕਿਤਾਬਾਂ ਦੇ ਉੱਪਰ ਆਪਣੀ ਦੇ ਤੁਸੀਂ ਪੈਨਸਿਲ ਨਾਲ ਲਿਖ ਲਿਓ। ਜਦੋਂ ਤੁਹਾਨੂੰ ਲੱਗ ਜੂਗਾ ਵੀ ਅਸੀਂ ਠੀਕ ਲਿਖ ਰਹੇ ਹਾਂ, ਪੈਨ ਨਾਲ ਫਿਰ ਲਿਖਣਾ ਹੈ। ਜਿੰਨੀ ਦੇਰ ਰਾਈਟਿੰਗ ਠੀਕ ਨਹੀਂ ਆਉਂਦੀ ਉਨੀ ਦੇਰ ਤੁਸੀਂ ਪੈਨਸਿਲ ਨਾਲ ਹੀ ਲਿਖਣਾ। ਨੈਕਸਟ ਹੈ ਬੱਚੋ ਤੁਹਾਡਾ ਲਾਸਟ ਹੈ, ਇਹ ਤਾਂ ਸਾਰਿਆਂ ਨੂੰ ਯਾਦ ਹੈ ਨਾ, ਤਸਵੀਰ ਬਾਰੇ 5 ਸਤਰਾਂ ਲਿਖੋ। ਤਾਂ ਇਹ ਜਿਹੜੀ ਕੌਣ ਇਹ ਖੜੇ ਹੈ, ਇਹ ਸਾਰਿਆਂ ਨੇ ਗੱਡੀ ਬਣਾਈ ਹੋਈ ਹੈ ਨਾ, ਰੇਲ ਗੱਡੀ। ਤਾਂ ਕੀ ਪੋਇਮ ਸੀਗੀ? ਰੇਲ ਗੱਡੀ ਆਈ, ਵੇਖੋ ਰੇਲ ਗੱਡੀ ਆਈ, ਗੱਡੀ ਅਸੀਂ ਸਾਰਿਆਂ ਨੇ ਆਪ ਹੀ ਬਣਾਈ, ਇੰਜਨ ਦੀ ਥਾਂ ਅਸੀਂ ਤੇਜੇ ਨੂੰ ਖੜਾਇਆ। ਇੱਥੇ ਇੰਨਾ ਹੀ ਲਿਖਣਾ ਹੈ ਬੇਟੇ, ਬਾਕੀ ਤੁਹਾਡੀ ਕਵਿਤਾ ਦਿੱਤੀ ਹੋਈ ਹੈ ਬੁੱਕ ਦੇ ਵਿੱਚ, ਇਹਨੂੰ ਸਾਰਿਆਂ ਨੇ ਯਾਦ ਕਰਨਾ। 1 ਨੰਬਰ ਅਤੇ 2 ਨੰਬਰ ਪੇਜ ਧਿਆਨ ਨਾਲ ਲਿਖ ਕੇ ਯਾਦ ਕਰਨਾ। ਔਰ ਤੁਹਾਡਾ ਇਸ ਵਾਰ ਜਿਹੜਾ ਸਤੰਬਰ ਦੇ ਵਿੱਚ ਸਿਲੇਬਸ ਆਉਣਾ ਹੈ, ਤੁਹਾਡਾ ਸਾਈਕਲ ਦੇ ਝੂਟੇ ਤੱਕ ਹੀ ਆਉਣਾ। ਤਾਂ 9 ਪਾਠ ਤੁਹਾਡੇ ਪੰਜਾਬੀ ਦੇ ਹੈ, 9 ਹੀ ਪਾਠ ਤੁਹਾਡੇ ਵਾਤਾਵਰਨ ਦੇ ਆਣੇ ਹੈ, ਗਣਿਤ ਦਾ ਅਤੇ ਇੰਗਲਿਸ਼ ਦੇ ਤੁਹਾਡੇ 3-3 ਪਾਠ ਆਣੇ ਹੈ। ਉਹ ਮੈਂ ਤੁਹਾਨੂੰ ਸਾਰਿਆਂ ਨੂੰ PDF ਭੇਜ ਚੁੱਕੀ ਹਾਂ। ਓਕੇ ਬੱਚੋ, ਆਪਾਂ ਨੈਕਸਟ ਵੀਡੀਓ 'ਚ ਮਿਲਦੇ ਹਾਂ।